ਕਤਲकांड 'ਚ 2 ਹੋਰ ਸ਼ੂਟਰ ਮਨਪ੍ਰੀਤ ਮਨੀ ਤੇ ਭੁਪਿੰਦਰ ਗੋਲਡੀ ਗ੍ਰਿਫਤਾਰ। ਪੁਲਿਸ ਨੇ ਹੁਸ਼ਿਆਰਪੁਰ ਤੋਂ ਕੀਤਾ ਕਾਬੂ। ਹਰਿਆਣਾ ਮੋਡਿਊਲ ਦੇ ਸ਼ੂਟਰਾਂ ਦਾ ਮਦਦਗਾਰ ਬਲਜੀਤ ਮੰਨਾ ਵੀ ਸਲਾਖਾਂ ਪਿੱਛੇ। ਅੰਮ੍ਰਿਤਸਰ ਪੁਲਿਸ ਨੇ ਗ੍ਰੇਨੇਡ ਦੇ ਨਾਲ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ। ਨਾਕੇ ਤੇ ਪੁਲਿਸ ਨੇ ਕੀਤਾ ਰੋਕਣ ਦਾ ਇਸ਼ਾਰਾ ਤਾਂ ਭੱਜਣ ਦੀ ਕੀਤੀ ਕੋਸ਼ਿਸ਼। ਦੋਹਾਂ 'ਚੋਂ ਇੱਕ ਮੁਲਜ਼ਮ ਡਰੱਗ ਕੇਸ 'ਚ ਸੀ ਭਗੌੜਾ। 5 ਥਾਵਾਂ ਤੇ ਕਿਸਾਨਾਂ ਦੇ ਪੱਕੇ ਮੋਰਚੇ ਕਰਕੇ ਲੋਕ ਹੋ ਰਹੇ ਖੱਜਲ ਖੁਆਰ। ਕੋਈ ਨਹੀਂ ਪਹੁੰਚ ਸਕਿਆ ਘਰ, ਕੋਈ ਕੰਮ ਤੇ ਜਾਣ ਤੋਂ ਲਾਚਾਰ। ਪਬਲਿਕ ਬੋਲੀ ਅਸੀਂ ਕਿਸਾਨਾਂ ਦੇ ਹਮਦਰਦ, ਪਰ ਬਿਨਾਂ ਵਜ੍ਹਾ ਕੀਤਾ ਜਾ ਰਿਹਾ ਪਰੇਸ਼ਾਨ। ਪੱਕੇ ਮੋਰਚੇ ਤੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਹੀ ਚੁੱਕੇ ਸਵਾਲ। ਬੋਲੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਕਰਕੇ ਨਹੀਂ ਕਾਮਯਾਬ ਹੁੰਦੇ ਅੰਦੋਲਨ। ਕੁਝ ਜਥੇਬੰਦੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰਨਾ ਚਾਹੁੰਦੀਆਂ ਨੇ ਬਦਨਾਮ। ਅੰਬਾਲਾ 'ਚ 24 ਤਰੀਕ ਨੂੰ ਰੇਲਵੇ ਟਰੈਕ ਦੀ ਥਾਂ ਜੀਟੀ ਰੋਡ ਤੇ ਧਰਨਾ ਦੇਵੇਗੀ ਗੁਰਨਾਮ ਚੜੂਨੀ ਦੀ ਜਥੇਬੰਦੀ। ਹਰਿਆਣਾ ਸਰਕਾਰ ਨੂੰ ਦਿੱਤੀ ਚੇਤਾਵਨੀ। ਅੰਦੋਲਨ ਦੌਰਾਨ ਕਿਸਾਨਾਂ ਤੇ ਹੋਏ ਪਰਚੇ ਵਾਪਸ ਲੈਣ ਦੀ ਮੰਗ। ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਸੰਧੂ, ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਤੋਂ। ਡੇਰਾ ਪ੍ਰੇਮੀ ਕਤਲकांड 'ਚ ਹੋਰ 2 ਸ਼ੂਟਰ ਗ੍ਰਿਫਤਾਰ ਹੋ ਗਏ ਨੇ। ਪੰਜਾਬ ਮੋਡਿਊਲ ਦੇ ਦੋਵੇਂ ਸ਼ੂਟਰ ਮਨਪ੍ਰੀਤ ਮਨੀ ਤੇ ਭੁਪਿੰਦਰ ਗੋਲਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵੇਂ ਸ਼ੂਟਰਾਂ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਫਰੀਦਕੋਟ ਦੇ ਦੋਵੇਂ ਰਹਿਣ ਵਾਲੇ ਨੇ ਤੇ ਇਹਨਾਂ ਸ਼ੂਟਰਾਂ ਦੀ ਮਦਦ ਕਰਨ ਵਾਲੇ ਬਲਜੀਤ ਮੰਨਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਬਲਜੀਤ ਮੰਨਾ ਤੇ ਹਰਿਆਣਾ ਦੇ ਮੋਡਿਊਲ ਦੇ ਸ਼ੂਟਰਾਂ ਦੀ ਮਦਦ ਦੇ ਇਲਜ਼ਾਮ ਨੇ। ਇਸ ਪੂਰੇ ਮਾਮਲੇ ਦੇ ਵਿੱਚ 3 ਸ਼ੂਟਰ ਪਹਿਲਾਂ ਗ੍ਰਿਫਤਾਰ ਹੋ ਗਏ ਸੀ, 2 ਹੁਣ ਗ੍ਰਿਫਤਾਰ ਹੋ ਗਏ ਨੇ ਤੇ ਇਸ ਮਾਮਲੇ 'ਚ ਇੱਕ ਸ਼ੂਟਰ ਅਜੇ ਵੀ ਫਰਾਰ ਹੈ। ਇਸ ਤੋਂ ਪਹਿਲਾਂ ਜਤਿੰਦਰ ਜੀਤੂ ਤੇ 2 ਨਾਬਾਲਗ ਸ਼ੂਟਰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ, ਜੋ ਤਿੰਨੋਂ ਹਰਿਆਣਾ ਮੋਡਿਊਲ ਦਾ ਹਿੱਸਾ ਸੀ। ਇਹਨਾਂ 'ਚੋਂ 2 ਨਾਬਾਲਗ ਸੀ। ਜਤਿੰਦਰ ਜੀਤੂ ਹਰਿਆਣਾ ਮੋਡਿਊਲ ਨੂੰ ਲੀਡ ਕਰ ਰਿਹਾ ਸੀ ਤਾਂ ਜੋ ਪੰਜਾਬ ਦੇ ਰਹਿਣ ਵਾਲੇ ਸ਼ੂਟਰ ਸੀ, 2 ਸ਼ੂਟਰ ਪੰਜਾਬ ਦੇ ਰਹਿਣ ਵਾਲੇ ਸੀ, ਫਰੀਦਕੋਟ ਦੇ ਹੀ ਰਹਿਣ ਵਾਲੇ ਸੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਨੋਜ ਰਾਠੀ ਮੇਰੇ ਸਹਿਯੋਗੀ ਜੁੜੇ ਨੇ। ਮਨੋਜ, ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ ਹੁਣ ਤੱਕ? ਅਹਿਮ ਜਾਣਕਾਰੀ ਜਿਹੜੀ ਨਿਊਜ਼ 18 ਕੋਲ ਐਕਸਕਲੂਸਿਵ ਅਸਦੀਪ ਸਭ ਤੋਂ ਪਹਿਲਾਂ ਉਹ ਦੱਸ ਦਈਏ ਕਿ ਇਹ ਜਿਹੜੇ 3 ਅੱਜ ਗ੍ਰਿਫਤਾਰ ਕੀਤੇ ਨੇ, 3 ਕਾਬੂ ਕੀਤੇ ਨੇ, ਭੁਪਿੰਦਰ ਮਨੀ ਤੇ ਬਲਜੀਤ ਮੰਨਾ। ਇਹ ਮੰਨਾ ਕੌਣ ਹੈ? ਇਹਦੇ ਜਿਹੜੀ ਜਾਣਕਾਰੀ ਮਿਲੀ ਹੈ ਕਿ ਮੰਨਾ ਜਿਹੜਾ ਹੈਗਾ ਉਹ ਜੇਤੋ ਪਿੰਡ ਦਾ ਰਹਿਣ ਵਾਲਾ, ਇੱਕ ਕਿਸ਼ਨਪੁਰਾ ਪਿੰਡ ਹੈ ਉੱਥੇ ਦਾ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ ਵੀ 2 ਪਰਚੇ ਨੇ, ਲੜਾਈ ਝਗੜੇ ਦੇ ਇਹਦੇ ਤੋਂ ਪਹਿਲਾਂ ਵੀ ਪਰਚੇ ਨੇ ਤੇ ਇਹਨੇ 2 ਦਿਨ ਪਹਿਲਾਂ ਪਹੁੰਚੇ ਜੀਤੂ ਤੇ ਨਾਬਾਲਿਗ ਉੱਥੇ ਜਦ ਪਹੁੰਚੇ ਸੀਗੇ ਫਰੀਦਕੋਟ, ਉਹਨੂੰ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ 2 ਦਿਨ ਪਹਿਲਾਂ ਵੀ ਪਹੁੰਚੇ ਸੀਗੇ ਤੇ ਉਹਨਾਂ ਨੂੰ ਜੈਤੋ ਦੇ ਨਾਲ ਹੀ ਇੱਕ ਪੈਲੇਸ ਹੈ ਉੱਥੇ ਸਟੇ ਕਰਾਈ ਸੀ। ਉਹਨਾਂ ਦੇ ਰਹਿਣ ਦੀ, ਖਾਣ ਦੀ, ਪੀਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੰਨਾ ਨੂੰ ਦਿੱਤੀ ਸੀਗੀ। ਮੰਨਾ ਵੀ ਗੋਲਡੀ ਬਰਾੜ ਦਾ ਦੱਸਿਆ ਜਾ ਰਿਹਾ ਕਿ ਗੋਲਡੀ ਬਰਾੜ ਦੇ ਕਹਿਣ ਤੇ ਇਹ ਸਾਰੀ ਚੀਜ਼ਾਂ ਮੁਹੱਈਆ ਕਰਾਈ ਸੀ। 2 ਦਿਨ ਪਹਿਲਾਂ ਇੱਕ ਪੈਲੇਸ ਤੇ ਉਹਨਾਂ ਨੂੰ ਰੁਕਵਾਇਆ ਸੀਗਾ। ਇੱਕ ਹੋਰ ਅਹਿਮ ਜਾਣਕਾਰੀ ਜਿਹੜੇ ਸੋਰਸਿਸ ਦੱਸ ਰਹੇ ਨਿਊਜ਼ 18 ਕੋਲ ਜਾਣਕਾਰੀ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੰਨਾ ਉਹਨਾਂ ਨੂੰ ਛੱਡ ਕੇ ਆਇਆ ਪਟਿਆਲਾ ਤੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ। ਦਿੱਲੀ ਦੀ ਸਪੈਸ਼ਲ ਸੈੱਲ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਮੰਨਾ ਇਹਦੇ ਵਿੱਚ ਬਹੁਤ ਅਹਿਮ ਕੜੀ ਹੈ ਕਿ ਮੰਨਾ ਨੇ ਕਈ ਚੀਜ਼ਾਂ ਮੁਹੱਈਆ ਕਰਾਈ। ਜਿਹੜੇ ਸ਼ਾਰਪ ਸ਼ੂਟਰ ਪਹੁੰਚੇ ਸੀਗੇ, ਖਾਸ ਕਰ ਜਤਿੰਦਰ ਉਪ ਜੀਤੂ ਤੇ ਜਿਹੜੇ 2 ਨਾਬਾਲਿਗ, ਕਿਉਂਕਿ ਜੀਤੂ ਇਸ ਪੂਰੀ ਜਿਹੜੀ ਵਾਰਦਾਤ ਹੋਈ ਹੈ ਉਹਨੂੰ ਲੀਡ ਕਰ ਰਿਹਾ ਸੀਗਾ। ਜੀਤੂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ। ਕਿਹਨੇ ਦਿੱਤੀ ਸੀ? ਗੋਲਡੀ ਬਰਾੜ, ਜਿਹੜਾ ਵਿਦੇਸ਼ 'ਚ ਬੈਠਾ ਇਸ ਪੂਰੇ ਖੇਲ ਦਾ, ਇਸ ਪੂਰੇ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਸਟਰਮਾਈਂਡ ਹੈ ਗੋਲਡੀ ਬਰਾੜ। ਇਹ ਡੀਜੀਪੀ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ 3 ਦੀ ਗ੍ਰਿਫਤਾਰੀ ਹੋਈ ਹੈ, ਪਹਿਲਾਂ ਬਲਜੀਤ ਮੰਨਾ, ਉਸ ਤੋਂ ਬਾਅਦ ਭੁਪਿੰਦਰ ਤੇ ਮਨੀ, ਇਹਨਾਂ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਇਸ ਵਾਰ ਪੁਲਿਸ ਦਾ ਐਕਸ਼ਨ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ ਕਿ ਕੋਈ ਵੀ ਜਿਹੜਾ ਸ਼ਾਰਪ ਸ਼ੂਟਰ ਹੈ ਉਹ ਪੰਜਾਬ ਤੋਂ ਭੱਜਣ 'ਚ ਕਾਮਯਾਬ ਨਹੀਂ ਹੋਇਆ, ਉਹਨਾਂ ਨੂੰ ਪੰਜਾਬ ਤੋਂ ਹੀ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਸਪੈਸ਼ਲ ਸੈੱਲ ਨੇ 3 ਗ੍ਰਿਫਤਾਰੀਆਂ ਕੀਤੀਆਂ, ਜਤਿੰਦਰ, 2 ਨਾਬਾਲਿਗ। ਉਸ ਤੋਂ ਬਾਅਦ ਅੱਜ ਇੱਕ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਮਿਲੀ ਹੈ, ਜਿਹਦੇ ਵਿੱਚ ਫਰੀਦਕੋਟ ਦੇ ਹੀ ਰਹਿਣ ਵਾਲੇ 2 ਜਿਹੜੇ ਸ਼ੂਟਰ ਨੇ, ਭੁਪਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਮਨੀ, ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਨਾਂ ਦੀ ਬਹੁਤ ਅਹਿਮ ਭੂਮਿਕਾ ਇਸ ਕਰਕੇ ਹੈ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਰੈਕੀ ਕੀਤੀ ਸੀ ਡੇਰਾ ਪ੍ਰੇਮੀ ਪ੍ਰਦੀਪ ਦੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ 4 ਸ਼ਾਰਪ ਸ਼ੂਟਰ ਹਰਿਆਣਾ ਤੋਂ ਪਹੁੰਚ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੰਦੇ ਹੈ। ਲੇਕਿਨ ਉਹਨਾਂ ਨੂੰ ਸਟੇ ਕਰਾਉਣ ਵਾਲਾ, ਉਹਨਾਂ ਨੂੰ ਇੱਕ ਪੈਲੇਸ 'ਚ ਸਟੇ ਕਰਾਉਣ ਵਾਲਾ ਬਲਜੀਤ ਮੰਨਾ ਹੈਗਾ। ਜਿੱਥੇ ਵਾਰਦਾਤ ਹੋਈ ਹੈ, ਜਿਹੜੀ ਜਗ੍ਹਾ ਥਾਂ ਤੇ ਇਹ ਵਾਰਦਾਤ ਹੋਈ ਹੈ, ਉਸ ਤੋਂ ਕਰੀਬ 10 ਤੋਂ 12 ਕਿਲੋਮੀਟਰ ਇੱਕ ਪੈਲੇਸ ਹੈਗਾ। ਜਿਹੜੇ ਸੋਰਸਿਸ ਜਾਣਕਾਰੀ ਦੇ ਰਹੇ, ਐਕਸਕਲੂਸਿਵ ਜਾਣਕਾਰੀ ਸਾਡੇ ਕੋਲ ਕਿ ਬਲਜੀਤ ਮੰਨਾ ਨੇ ਉੱਥੇ ਹੀ ਜੈਤੋ ਇੱਕ ਪੈਲੇਸ ਹੈ ਜਿੱਥੇ ਉਹਨਾਂ ਨੂੰ ਸਟੇ ਕਰਾਇਆ ਸੀਗਾ 2 ਦਿਨ ਪਹਿਲਾਂ। ਜੀਤੂ ਤੇ 2 ਜਿਹੜੇ ਨਾਬਾਲਿਗ ਹੈ ਉਹਨਾਂ ਨੂੰ ਸਟੇ ਕਰਾਇਆ ਸੀਗਾ 2 ਦਿਨ ਪਹਿਲਾਂ। ਉਹ ਪਹੁੰਚ ਚੁੱਕੇ ਸੀਗੇ ਕਿਉਂਕਿ ਉਹਨਾਂ ਨੂੰ ਟਾਸ ਦਿੱਤਾ ਸੀਗਾ ਕਿ
ਡੇਰਾ ਪ੍ਰੇਮੀ ਦਾ ਮਰਡਰ ਕਰਨਾ ਹੈ, ਡੇਰਾ ਪ੍ਰੇਮੀ ਦੀ ਹੱਤਿਆ ਕਰਨਾ ਹੈ। ਤੇ ਉਸ ਦਿਨ ਪੂਰੀ ਰੈਕੀ ਕੀਤੀ ਗਈ, ਕਿਉਂਕਿ ਰੈਕੀ ਆਲਰੇਡੀ ਪਹਿਲਾਂ ਕਰ ਚੁੱਕੇ ਸੀਗੇ। ਭੁਪਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਮਨੀ ਜਿਹੜਾ ਅੱਜ ਗ੍ਰਿਫਤਾਰੀ ਹੋਈ ਹੈ, ਜਿਹੜੀ ਪੰਜਾਬ ਪੁਲਿਸ ਨੇ ਕੀਤੀ ਹੈ, ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਰੈਕੀ ਹੋ ਚੁੱਕੀ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਮੈਸੇਜ ਕਨਵੇ ਕੀਤਾ ਗਿਆ ਕਿ ਰੈਕੀ ਹੋ ਚੁੱਕੀ ਹੈ। ਔਰ ਉਸ ਤੋਂ ਬਾਅਦ ਜਤਿੰਦਰ ਜੀਤੂ ਹਰਿਆਣਾ ਤੋਂ ਇੱਥੇ ਪਹੁੰਚਦਾ ਹੈ ਆਪਣੇ ਨਾਬਾਲਿਗ ਜਿਹੜੇ ਸਾਥੀ ਹੈ ਉਹਨਾਂ ਦੇ ਨਾਲ, और उस दिन सवेरे 7:15 बजे इस पूरी वारदात को अंजाम दिंदा है। अज एक 3 गिरफ्तारियां हुई है, बड़ी सफलता कह सकते हैं, पुलिस का बड़ा एक्शन कह सकते हैं कि इहदे विच हुण कई चीज़ां निकलकर सामने आ रही है, बहुत सारी चीज़ां इहदे विच निकलकर सामने आ रही है कि भुपिंदर ते मनी नूं किहने कहा सीगा, भुपिंदर ते मनी नूं कहा सीगा गोल्डी बराड़ ने, कि गोल्डी बराड़ ने कहा सी कि इहदी रैकी करके प्लैनिंग करके इस पूरी वारदात को अंजाम देना है, इहदा कतल करना है डेरा प्रेमी प्रदीप दा। और उस तो बाद मन्ने दी जिहड़ी जिम्मेवारी लाई गई सी, क्योंकि तुसीं लोकल हो, ਤੁਸੀਂ ਜੈਤੋ ਰਹਿੰਦੇ ਹੋ, ਤੁਸੀਂ ਇੱਕ ਕਿਸ਼ਨਪੁਰਾ ਉਹਦਾ ਨੇੜੇ ਪਿੰਡ ਹੈਗਾ ਬਲਜੀਤ ਮੰਨਾ ਜਿੱਥੇ ਰਹਿੰਦਾ ਹੈ, ਇਹਦੇ ਵੀ 2-3 ਪਰਚੇ ਪਹਿਲਾਂ ਤੋਂ ਵੀ ਹੈਗੇ ਲੜਾਈ ਝਗੜੇ ਦੇ। ਜਿਹੜਾ ਮੰਨਾ ਹੈਗਾ ਜਿਹਦੀ ਗ੍ਰਿਫਤਾਰੀ ਹੋਈ ਹੈ, ਇਹਦੀ ਜ਼ਿੰਮੇਵਾਰੀ ਲਾਈ ਗਈ ਸੀ ਕਿ ਸਾਡੇ ਹਰਿਆਣਾ ਤੋਂ ਸਾਰੇ ਜਿਹੜੇ ਸਾਡੇ ਮਿੱਤਰ ਆ ਰਹੇ ਨੇ, ਸਾਡੇ ਜਤਿੰਦਰ ਜੀਤੂ ਉੱਥੇ ਪਹੁੰਚ ਰਿਹਾ ਹੈ, ਉਹਦੇ ਰਹਿਣ ਦੀ, ਖਾਣ ਦੀ, ਪੀਣ ਦੀ ਜ਼ਿੰਮੇਵਾਰੀ, ਉਹਦੇ ਸਟੇ ਕਰਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੰਨਾ ਦੀ ਹੈ। ਮੰਨੇ ਨੇ ਉਹ ਜ਼ਿੰਮੇਵਾਰੀ ਨਿਭਾਈ, ਉਹਨਾਂ ਨੂੰ ਸਟੇ ਕਰਾਇਆ। ਔਰ ਸਭ ਤੋਂ ਵੱਡੀ ਗੱਲ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਉਹਨਾਂ ਨੂੰ ਪਟਿਆਲਾ ਵੀ ਛੱਡ ਕੇ ਆਇਆ, ਜਿਹੜੇ ਸੋਰਸੀ ਜਾਣਕਾਰੀ ਦੇ ਰਹੇ ਹਨ। ਯਾਨੀ ਕਿ ਸਾਰੀ ਚੀਜ਼ਾਂ ਮੁਹੱਈਆ ਕਰਾਈ ਗਈ। ਜਿਹੜੇ ਵੀ ਲੋਕਲ ਉੱਥੇ ਦੇ ਸੀਗੇ ਭੁਪਿੰਦਰ ਤੇ ਮਨੀ, ਉਹਨਾਂ ਨੇ ਸਾਰੀ ਚੀਜ਼ਾਂ ਰੈਕੀ ਕੀਤੀ ਤੇ ਬਲਜੀਤ ਮੰਨਾ ਨੇ ਇਹ ਜਿਹੜੇ ਸ਼ਾਰਪ ਸ਼ੂਟਰ ਉੱਥੇ ਪਹੁੰਚੇ ਸੀਗੇ ਉਹਨਾਂ ਨੂੰ ਸਾਰਾ ਸਟੇ ਕਰਾਇਆ, ਉਹਨਾਂ ਨੂੰ ਖਾਣ ਨੂੰ ਲੈ ਕੇ, ਪੀਣ ਨੂੰ ਲੈ ਕੇ ਗੱਡੀਆਂ ਉਹਨਾਂ ਨੂੰ ਮੁਹੱਈਆ ਕਰਾਈ। ਤਾਂ ਬਹੁਤ ਸਾਰੇ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਤੇ ਨਿਊਜ਼ 18 ਦੇ ਕੋਲ ਐਕਸਕਲੂਸਿਵ ਜਾਣਕਾਰੀ ਹੈ ਕਿ ਮੰਨਾ ਦਾ ਆਖਿਰ ਇਹਦੇ ਵਿੱਚ ਰੋਲ ਕੀ ਰਿਹਾ ਹੈ, ਬਲਜੀਤ ਮੰਨਾ ਦਾ ਇਹਦੇ ਵਿੱਚ ਰੋਲ ਕੀ ਰਿਹਾ ਹੈ। ਹਾਲਾਂਕਿ ਦੋ ਜਿਹੜੇ ਭੁਪਿੰਦਰ ਤੇ ਮਨੀ ਇਹ ਤਾਂ ਇਸ ਪੂਰੀ ਵਾਰਦਾਤ ਵਿੱਚ ਸ਼ਾਮਿਲ ਸੀਗੇ, ਸ਼ੂਟਰ ਸੀਗੇ, ਲੇਕਿਨ ਬਲਜੀਤ ਮੰਨਾ ਜਿਹੜਾ ਤੀਜਾ ਪਰਸਨ ਹੈ ਇਹ ਬਹੁਤ ਅਹਿਮ ਹੈ। ਇਹਦੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਇਹਦੀ ਭੂਮਿਕਾ ਕਿਸ ਤਰ੍ਹਾਂ ਦੀ ਰਹੀ, ਇਸ ਪੂਰੀ ਵਾਰਦਾਤ 'ਚ ਇਹਦੀ ਭੂਮਿਕਾ ਕਿਸ ਤਰ੍ਹਾਂ ਦੀ ਰਹੀ, ਇਹਦਾ ਕਿਸ ਤਰ੍ਹਾਂ ਦਾ ਰੋਲ ਰਿਹਾ। ਇਹ ਰੋਲ ਰਿਹਾ ਕਿ ਇਹਨੇ ਸਾਰੇ ਜਿੰਨੇ ਵੀ ਸ਼ਾਰਪ ਸ਼ੂਟਰ ਹਰਿਆਣਾ ਤੋਂ ਪਹੁੰਚੇ ਸੀਗੇ ਉਹਨਾਂ ਨੂੰ ਸਾਰੀ ਚੀਜ਼ਾਂ ਮੁਹੱਈਆ ਕਰਾਉਣ 'ਚ ਉਹਨਾਂ ਦੀ ਮਦਦ ਕੀਤੀ ਹੈ। ਹੁਣ ਜਿਹੜੇ ਖੁਲਾਸੇ ਹੋ ਰਹੇ ਹੈ ਅਜਦੀਪ, ਇਹਦੇ ਵਿੱਚ ਭੁਪਿੰਦਰ ਤੇ ਮਨੀ, ਹਾਲਾਂਕਿ ਇਹ ਨਸ਼ੇੜੀ ਨੇ, ਪਹਿਲਾਂ ਜਿਹੜੀ ਜਾਣਕਾਰੀ ਦਿੱਤੀ ਸੀ ਨਸ਼ੇੜੀ ਹਨ, ਇਹ ਸਾਰੇ ਇਹਨਾਂ ਨੂੰ ਵੀ ਟਾਸ ਦਿੱਤਾ ਸੀਗਾ। ਜਤਿੰਦਰ ਨੇ ਫੋਨ ਕਰਕੇ ਇਹਨਾਂ ਨੂੰ ਜਿਹੜੇ ਸੋਰਸਿਸ ਦੱਸ ਰਹੇ ਹਨ, ਹੁਣ ਜਿਹੜੀ ਪਰਤਾਂ ਖੁੱਲ ਰਹੀ ਹੈ ਇਹਦੇ ਵਿੱਚ ਕਈ ਅਹਿਮ ਖੁਲਾਸੇ ਲਗਾਤਾਰ ਹੁੰਦੇ ਨਜ਼ਰ ਆ ਰਹੇ ਨੇ ਕਿ ਇਹਨਾਂ ਦੀ ਮੋਡਸ ਆਪਰੈਂਡੀ ਕੀ ਸੀ। ਸਿੱਧੂ ਮੂਸੇਵਾਲਾ ਕੇਸ ਦਾ ਥੋੜਾ ਜਿਹਾ ਬੈਕ ਜਾਈਏ, ਸਿੱਧੂ ਮੂਸੇਵਾਲਾ ਕੇਸ ਦਾ ਜਿਹੜਾ ਹੋਇਆ ਸੀਗਾ ਸੇਮ ਮੋਡਸ ਆਪਰੈਂਡੀ ਜਿਹੜੀ ਹੈ ਇਹਦੇ ਵਿੱਚ ਅਪਣਾਈ ਗਈ। ਹਰਿਆਣਾ ਤੋਂ ਸ਼ਾਰਪ ਸ਼ੂਟਰ ਪਹੁੰਚਦੇ, ਉੱਥੇ ਸਿੱਧੂ ਮੂਸੇਵਾਲਾ ਮਰਡਰ ਮਾਮਲੇ 'ਚ ਵੀ ਹਰਿਆਣਾ ਦੇ ਸ਼ੂਟਰ ਆਏ ਸੀਗੇ, ਮੋਨੂ ਡਾਗਰ, ਪ੍ਰੀਵਤ ਫੌਜੀ, ਅੰਕਿਤ ਸਿਰਸਾ। ਇਸ ਮਾਮਲੇ 'ਚ ਵੀ ਹਰਿਆਣਾ ਤੋਂ 4 ਸ਼ਾਰਪ ਸ਼ੂਟਰ ਪਹੁੰਚੇ ਸੀਗੇ, 2 ਨਾਬਾਲਿਗ, ਇੱਕ ਜੀਤੂ ਜਤਿੰਦਰ ਉਪ ਜੀਤੂ ਤੇ ਇੱਕ ਹੋਰ ਜਿਹਦੀ ਹਜੇ ਭਾਲ ਕੀਤੀ ਜਾ ਰਹੀ ਹੈ। ਇਸ ਪੂਰੇ ਮਾਮਲੇ 'ਚ ਟੋਟਲ ਜਿਹੜੇ ਹੈਗੇ 6 ਸ਼ਾਰਪ ਸ਼ੂਟਰ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀਗੇ, ਜਿਹਦੇ ਵਿੱਚ ਪਹਿਲਾਂ 3 ਦੀ ਦਿੱਲੀ ਦੀ ਸਪੈਸ਼ਲ ਸੈੱਲ ਨੇ ਗ੍ਰਿਫਤਾਰੀ ਹੋ ਗਈ ਹੈ। ਹੁਣ ਇਹ ਜਿਹੜੇ 2 ਫੜੇ ਗਏ ਨੇ, ਯਾਨੀ ਕਿ ਟੋਟਲ ਹੋ ਗਏ 5। ਇੱਕ ਬਲਜੀਤ ਮੰਨਾ ਜਿਨ੍ਹਾਂ ਨੇ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਈ, ਯਾਨੀ ਕਿ ਟੋਟਲ ਜਿਹੜੇ ਹੈਗੇ 3 ਇੱਥੇ 3 ਉੱਥੇ, ਯਾਨੀ ਕਿ 6 ਗ੍ਰਿਫਤਾਰੀਆਂ ਹੋ ਚੁੱਕੀਆਂ। ਹਜੇ ਵੀ ਹੋਰ ਗ੍ਰਿਫਤਾਰੀਆਂ ਬਾਕੀ ਹੈ, ਹਜੇ ਵੀ ਹੋਰ ਗ੍ਰਿਫਤਾਰੀ ਜਿਹੜੀ ਹੈ ਉਹ ਬਾਕੀ ਹੈ, ਜਿਹਦੇ ਵਿੱਚ ਇੱਕ ਹਰਿਆਣਾ ਦਾ ਸ਼ਾਰਪ ਸ਼ੂਟਰ ਹਜੇ ਬਾਕੀ ਹੈ, ਜਿਹਦੀ ਗ੍ਰਿਫਤਾਰੀ ਹੋਣਾ ਬਾਕੀ ਹੈ, ਜਿਹਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਸ਼ੁਕਰੀਆ ਮਨੋਜ ਪੂਰੀ ਜਾਣਕਾਰੀ ਦੇ ਲਈ। ਤਾਂ ਇਸ ਮਾਮਲੇ ਦੇ ਵਿੱਚ 3 ਗ੍ਰਿਫਤਾਰੀਆਂ ਪਹਿਲਾਂ ਹੋ ਚੁੱਕੀਆਂ ਨੇ, 2 ਨਾਬਾਲਗ, ਇੱਕ ਜਤਿੰਦਰ ਜੀਤੂ, ਤਿੰਨੋਂ ਹਰਿਆਣਾ ਮੋਡਿਊਲ ਦੇ ਸੀ। 2 ਨਾਬਾਲਗ ਜਤਿੰਦਰ ਜੀਤੂ ਇਹ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕੇ ਨੇ ਤੇ ਅੱਜ ਮਨਪ੍ਰੀਤ ਮਨੀ ਤੇ ਭੁਪਿੰਦਰ ਗੋਲਡੀ 2 ਹੋਰ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਦਾ ਸਾਥ ਦੇਣ ਵਾਲਾ, ਇਹਨਾਂ ਦੀ ਮਦਦ ਕਰਨ ਵਾਲਾ ਬਲਜੀਤ ਮੰਨਾ ਵੀ ਗ੍ਰਿਫਤਾਰ ਕੀਤਾ ਗਿਆ ਹੈ। ਤਾਂ 5 ਸ਼ੂਟਰ, 6 ਸ਼ੂਟਰ ਸੀ ਕੁੱਲ, 5 ਸ਼ੂਟਰ ਗ੍ਰਿਫਤਾਰ ਕਰ ਲਏ ਗਏ ਨੇ, 5 ਸ਼ੂਟਰ ਕਾਬੂ ਕਰ ਲਏ ਗਏ ਨੇ। ਇਸ ਮਾਮਲੇ ਦੇ ਵਿੱਚ ਇੱਕ ਸ਼ੂਟਰ ਦੀ ਤਲਾਸ਼ ਹੈ। ਕਈ ਸਾਰੀਆਂ ਗ੍ਰਿਫਤਾਰੀਆਂ ਇਸ ਮਾਮਲੇ ਦੇ ਵਿੱਚ ਹੋ ਚੁੱਕੀਆਂ ਨੇ। ਹਰਜਿੰਦਰ ਰਾਜੂ ਗੈਂਗਸਟਰ ਜੋ ਜੇਲ੍ਹ ਦੇ ਵਿੱਚ ਬੰਦ ਸੀ, ਉਸ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ 5 ਸ਼ੂਟਰ ਹੁਣ ਗ੍ਰਿਫਤਾਰ ਹੋ ਚੁੱਕੇ ਨੇ ਇਸ ਮਾਮਲੇ ਦੇ ਵਿੱਚ। ਉਧਰ ਅੰਮ੍ਰਿਤਸਰ ਦੇ ਵਿੱਚ ਗ੍ਰੇਨੇਡ ਦੇ ਨਾਲ 2 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ। ਪ੍ਰਕਾਸ਼ ਸਿੰਘ ਤੇ ਅੰਗਰੇਜ਼ ਸਿੰਘ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ ਨਾਕੇ ਤੇ ਦੋਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਰੁਕਣ ਦੀ ਥਾਂ ਦੋਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਹ ਦੋਵੇਂ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ। ਪ੍ਰਕਾਸ਼ ਸਿੰਘ ਡਰੱਗ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਬੰਦ ਸੀ ਤੇ ਪੈਰੋਲ ਤੇ ਬਾਹਰ ਆ ਕੇ ਫਰਾਰ ਹੋ ਗਿਆ ਸੀ। ਹਾਲਾਂਕਿ ਮੁਲਜ਼ਮਾਂ ਦੇ ਮਾਪੇ ਕਹਿ ਰਹੇ ਨੇ ਕਿ ਸਾਡੇ ਬੇਟੇ ਬੇਕਸੂਰ ਨੇ। ਪਰਿਵਾਰਾਂ ਦਾ ਕਹਿਣਾ ਹੈ ਕਿ ਸਾਡੇ ਪੁੱਤਰਾਂ ਤੇ ਪੁਲਿਸ ਨੇ ਝੂਠੇ ਕੇਸ ਪਾਏ ਨੇ। ਅੰਮ੍ਰਿਤਸਰ ਪੁਲਿਸ ਨੇ 2 ਨੂੰ ਗ੍ਰਿਫਤਾਰ ਕੀਤਾ ਹੈ
ਇਹਨਾਂ ਦੇ ਕੋਲੋਂ 3 ਗ੍ਰੇਨੇਡ ਬਰਾਮਦ ਹੋਏ ਨੇ। 1 ਲੱਖ ਰੁਪਏ ਨਕਦੀ ਬਰਾਮਦ ਹੋਈ ਹੈ। 3 ਗ੍ਰੇਨੇਡ ਬਰਾਮਦ ਹੋਏ ਨੇ। ਪ੍ਰਕਾਸ਼ ਸਿੰਘ ਤੇ ਅੰਗਰੇਜ਼ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰਕਾਸ਼ ਸਿੰਘ ਪੈਰੋਲ ਤੇ ਬਾਹਰ ਆ ਕੇ ਫਰਾਰ ਹੋ ਗਿਆ ਸੀ। ਡਰੱਗ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀ। ਦੋਹਾਂ ਨੂੰ ਪੁਲਿਸ ਨੇ ਨਾਕੇ ਤੇ ਰੋਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਉੱਥੋਂ ਭੱਜਣ ਲੱਗੇ ਤਾਂ ਪੁਲਿਸ ਨੇ गिरफ्तार कर लिया। 3 ग्रेनेड इन्हां तो बरामद हुए ने। हालांकि इन्हां दे परिवारां दा कहना है कि साडे पुत्तर बेकसूर ने। ਦੋਨਾਂ ਦੇ ਸਰ ਪਾਕਿਸਤਾਨ ਨਾਲ ਲਿੰਕ ਹੈਗੇ ਸੀ ਇਹਨਾਂ ਦੇ ਪਾਕਿਸਤਾਨ ਨਾਲ ਲਿੰਕ ਹੈਗੇ ਇਹਨਾਂ ਦੇ ਬੁਰਜੀ ਕਲੋਨੀਆਂ ਜਿਹਨਾਂ ਇਹ ਹੈ ਕਰਤੇ ਸੀਗੇ ਇਹ ਆਪਣੀ ਕਾਰ ਕੀ ਕੀ ਬਰਾਮਦ ਹੋਇਆ ਇਹਨਾਂ ਕੋਲ ਇਹਨਾਂ ਕੋਲ ਹੈਂਡ ਗ੍ਰੇਨੇਡ ਦੇ 1 ਲੱਖ ਰੁਪਇਆ ਕਿੰਨੇ ਗ੍ਰੇਨੇਡ ਰਿਕਵਰੀ ਹੋਈ ਹੈ ਜੀ। ਗ੍ਰੇਨੇਡ ਕਿੰਨੇ ਸਰ ਫਿਲਹਾਲ ਇੱਕ ਹੋਇਆ ਜੀ। ਸਰ ਇਹ ਪਾਕਿਸਤਾਨ ਨਾਲ ਕੋਈ ਲਿੰਕ ਹੈ ਇਹਨਾਂ ਦਾ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਲਵਾਂਗੇ ਤੇ ਹੋਰ ਵੀ ਇਹਦੇ ਕਿੱਥੇ ਕਿੱਥੇ ਲਿੰਕ ਹੈ ਤੇ ਕੀ ਕੀ ਇਹਨਾਂ ਕੋਲ ਸਮਾਨ ਹੈ। ਗ੍ਰੇਨੇਡ ਕਿੱਥੋਂ ਆਏ ਸੀਗੇ ਗ੍ਰੇਨੇਡ ਅਜੇ ਕਰ ਰਹੇ ਪਤਾ ਜੀ, ਇਨਵੈਸਟੀਗੇਸ਼ਨ ਜਾਰੀ ਹੈ। ਪਾਕਿਸਤਾਨ ਲਿੰਕ ਨਹੀਂ ਇਹਨਾਂ ਸਬਗਲਾ ਲਿੰਕ ਹੈਗੇ ਜੀ ਪਾਕਿਸਤਾਨੀ। ਪਰ ਇਹਨਾਂ ਦੇ ਪਰਿਵਾਰ ਕਹਿ ਰਹੇ ਵੀ ਬਿਲਕੁਲ ਨਿਰਦੋਸ਼ ਹੈ ਪੁਲਿਸ ਨੇ। ਸਰ ਕੋਈ ਪਰਚਾ ਹੈ ਪਹਿਲਾਂ ਕੋਈ ਦਰਜ ਇਹਨਾਂ ਦੇ ਪਰਚੇ ਦਰਜ, ਦੋਨਾਂ ਦੇ ਪਰਚੇ ਦਰਜ। ਕਿੰਨੇ ਕਿੰਨੇ ਇਹ ਹੈਰੋਨ ਦੇ ਕੇਸ ਹੈ ਜੀ ਅੰਦਰ। ਮੱਥਾ ਟੇਕਣ ਆਇਆ ਤੈਨੂੰ ਦੱਸੀ ਦੀ ਜਾਂਦੀ ਮੇਰੀ ਨਾ। ਅੱਛਾ ਸਾਡਾ ਬੰਦਾ ਬਾਹਰ ਆਣਾ ਚਾਹੀਦਾ, ਹੋਰ ਸਾਨੂੰ ਕੁਝ ਨਹੀਂ ਚਾਹੀਦਾ। ਨਹੀਂ ਪੁਲਿਸ ਨੇ ਕੀ ਤੁਹਾਨੂੰ ਦੱਸਿਆ ਕੀ ਗੱਲ ਹੋਈ ਪੁਲਿਸ ਨੇ ਤੇ ਬੜਾ ਕੁਝ ਦੱਸੀ ਬੈਠਾ, ਸਾਨੂੰ ਪਤਾ ਨਹੀਂ ਹੈ ਪੱਕਾ। ਆ 1 ਘੰਟੇ 'ਚ ਕੀ ਕੁਝ ਕਰ ਸਕਦੇ ਨੇ ਤੈਨੂੰ ਪਤਾ ਹੀ ਹੈ। ਘੰਟੇ ਬਾਅਦ ਫੋਨ ਬੰਦ ਹੋ ਗਈ ਆ, ਉਦੋਂ ਬਾਅਦ ਸਾਨੂੰ ਕੋਈ ਪਤਾ ਨਹੀਂ। ਫਿਰ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਭੈਣਾਂ ਭਰਾਵਾਂ ਨੂੰ ਸਭ ਨੂੰ ਫੋਨ ਲਾ, ਫਿਰ ਅਸੀਂ ਹਾਰ ਕੇ ਫਿਰ ਅਸੀਂ ਥਾਣੇ ਦਰਖਾਸਤ ਦਿੱਤੀ। ਕੋਈ ਉਹਨਾਂ ਕੋਲ ਨਹੀਂ ਗਈ ਸੀ। ਇਹ ਨਹੀਂ ਪਤਾ ਇਹ ਕਿੱਥੋਂ ਆਏ ਨੇ। ਉਹਨਾਂ ਨੂੰ ਫਸਾਇਆ ਗਿਆ ਝੂਠੇ ਕੇਸ 'ਚ। ਕੀ ਕਿਹਾ ਸਾਨੂੰ ਇਹ ਕਿਹਾ ਇਹਨਾਂ ਨੇ ਬਹੁਤ ਵੱਡਾ ਕਾਰਨਾਮਾ ਕੀਤਾ, ਬਹੁਤ ਵੱਡਾ। ਸਾਨੂੰ ਦੱਸਣ ਨਾ ਕੀ ਕੀਤਾ ਹੈ। ਪਰਸੋਂ ਦਾ ਸਾਡੇ ਬੰਦੇ ਫੜੇ ਨੇ। 14 ਤਰੀਕ ਨੂੰ ਤਾਂ ਹਸਪੀਟਲ ਲਿਆਂਦੀ, 15 ਤਰੀਕ ਨੂੰ ਇਹਨਾਂ ਫੜ ਲੈ ਕਿਉਂ ਫੜੇ? ਮੈਂ ਤੇ ਕਿੱਥੇ ਤੁਸੀਂ ਦੱਸੋ ਇੱਕ ਮਰੀਜ਼ ਇਹ ਕੰਮ ਕਰ। उधर पंजाब दे विच ड्रोन दे जरिए नशा तस्करी दे मामले वधे ने। बॉर्डर पारों नशे दी सप्लाई हो रही है। एनसीबी दे डिप्टी डायरैक्टर ज्ञानेश्वर सिंह दा वड्डा बयान है कि आए कि गैंगस्टरां दे नाल रल के अतवादी पंजाब च नैक्सस चला रहे ने। पंजाब दे विच सरहद पारों नशे दी तस्करी हो रही है। जेलां च बंद गैंगस्टरां दे नाल अतवादियां दा कनैक्शन चिंता दा विषय है। कल नैशनल कंट्रोल ब्यूरो ने नारकोटिक्स कंट्रोल ब्यूरो ने माफ करना 20 किलो तो ਵੱਧ ਹੈਰੋਇਨ ਬਰਾਮਦ ਕੀਤੀ ਸੀ। ਲੁਧਿਆਣਾ ਦੇ ਰਹਿਣ ਵਾਲੇ ਇੱਕ ਸ਼ਖਸ ਨੂੰ ਗ੍ਰਿਫਤਾਰ ਵੀ ਕੀਤਾ ਸੀ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਿਪਟੀ ਡਾਇਰੈਕਟਰ ਗਿਆਨੇਸ਼ਵਰ ਸਿੰਘ ਦਾ ਇਹ ਵੱਡਾ ਬਿਆਨ ਹੈ ਕਿ ਆਏ ਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਨਾਲ ਰਲ ਕੇ ਅਤਵਾਦੀ ਨੈਕਸਸ ਚਲਾ ਰਹੇ ਨੇ। ਸਰਹੱਦ ਪਾਰੋਂ ਨਸ਼ੇ ਦੀ ਤਸਕਰੀ ਹੋ ਰਹੀ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਜੇਲ੍ਹਾਂ ਦੇ ਵਿੱਚ ਬੰਦ ਗੈਂਗਸਟਰਾਂ ਦੇ ਅਤਵਾਦੀਆਂ ਦੇ ਨਾਲ ਕਿਵੇਂ ਕਨੈਕਸ਼ਨ ਨੇ, ਚਿੰਤਾ ਦਾ ਵਿਸ਼ਾ ਹੈ। ਕੰਟਰੋਲ ਬਿਊਰੋ ਚੰਡੀਗੜ੍ਹ ਜ਼ੋਨਲ ਯੂਨਿਟ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ, ਕਿਉਂਕਿ ਡਰੱਗਸ ਦਾ ਜਿਹੜਾ ਡਰੱਗ ਦਾ ਇਸ਼ੂ ਹੈ ਲਗਾਤਾਰ ਪੰਜਾਬ 'ਚ ਵੱਧਦਾ ਜਾ ਰਿਹਾ ਹੈ ਤੇ ਹੁਣ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਲੁਧਿਆਣਾ ਤੋਂ ਕਰੀਬ 20 ਕਿਲੋ ਤੋਂ ਵੀ ਵੱਧ ਜਿਹੜੀ ਹੀਰੋਇਨ ਹੈ ਉਹ ਰਿਕਵਰ ਕੀਤੀ ਹੈ ਤੇ ਇੱਕ ਨੂੰ ਕਾਬੂ ਵੀ ਕੀਤਾ ਹੈ। ਸਾਡੇ ਨਾਲ ਡਿਪਟੀ ਡਾਇਰੈਕਟਰ ਜਨਰਲ ਨੇ ਨਾਰਥਰਨ ਰੀਜਨ ਦੇ ਗਿਆਨੇਸ਼ਵਰ ਸਿੰਘ ਜੀ। ਸਰ ਬਹੁਤ ਵੱਡਾ ਇਸ਼ੂ ਹੈ ਡਰੱਗਸ ਦਾ ਪੰਜਾਬ 'ਚ, ਹਾਲਾਂਕਿ ਪਹਿਲਾਂ ਤੋਂ ਵੀ ਚੱਲ ਰਿਹਾ ਲੇਕਿਨ ਹੁਣ ਲਾਸਟ ਟਾਈਮ ਜੇ ਦੇਖੀਏ ਤੇ ਕਈ ਹੋਰ ਵੀ ਡਰੱਗ ਦੇ ਇਸ਼ੂ ਨੂੰ ਲੈ ਕੇ ਡਰੋਨ ਦਾ ਜਾਂ ਐਕਟੀਵਿਟੀ ਜਾਂ ਕ੍ਰਿਮੀਨਲ ਪਲੱਸ ਟੈਰਰਿਸਟ ਜਿਹੜੀ ਐਕਸ਼ਨ ਹੈ ਗੈਂਗਸਟਰ ਹੈ ਉਹ ਲਗਾਤਾਰ ਵਧੇ ਹੈ। ਹੁਣ ਇਹ ਵੱਡੀ ਸਫਲਤਾ ਹਾਸਲ ਹੋਈ ਹੈ, ਇਹਦੇ ਵਿੱਚ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਸੀ ਪੁਲਿਸ ਨੂੰ ਤੇ ਹੋਰ ਕੀ ਰਿਕਵਰ ਹੋਇਆ? ਇਹ ਜਿਹੜਾ ਗੈਂਗ ਸੀਗਾ ਉਹ ਇੰਟਰਨੈਸ਼ਨਲ ਲਿੰਕੇजेस ਹੈ, ਅਕ੍ਰੋਸ ਦੀ ਬਾਰਡਰ ਕੰਟਰੀਜ਼ ਨਾਲ ਉਹਨਾਂ ਦਾ ਲਿੰਕ ਹੈ ਤੇ ਜੰਮੂ ਕਸ਼ਮੀਰ ਤੇ ਪੰਜਾਬ ਬੇਸਡ ਉਹਨਾਂ ਦਾ ਸਿੰਡੀਕੇਟ ਹੈ ਜਿਨ੍ਹਾਂ ਦਾ ਹੱਬ ਲੁਧਿਆਣਾ ਵਿੱਚ ਸੀਗਾ ਤੇ ਇੱਕ ਬਹੁਤ ਚੰਗੀ ਤਰ੍ਹਾਂ ਪਲਾਨ ਕੀਤੇ ਹੋਏ ਆਪਰੇਸ਼ਨ ਦੇ ਤਹਿਤ ਸਾਡੀ ਚੰਡੀਗੜ੍ਹ ਜ਼ੋਨਲ ਯੂਨਿਟ ਨੇ ਇਹ 20 ਕਿਲੋ ਤੋਂ ਵੱਧ ਹੀਰੋਇਨ ਨਾਲ ਦੇ ਨਾਲ 5,86,000 ਰੁਪਏ ਦਿਰਹਮਸ 2 ਲਾਈਵ ਕਾਰਟ੍ਰਿजेस ਅਫੀਮ ਨਾਲੇ ਕੈਸ਼ ਕਾਊਂਟਿੰਗ ਮਸ਼ੀਨਸ ਲੈਪਟਾਪਸ ਪੈਨ ਡਰਾਈਵਸ ਇਹ ਸਾਰਾ ਕੁਝ ਹਲੇ ਰਿਕਵਰ ਕੀਤਾ ਹੈ ਤੇ ਨਾਲ ਦੇ ਨਾਲ ਇਹ ਆਪਰੇਸ਼ਨ ਹਲੇ ਚੱਲਦਾ ਪਿਆ। ਇੱਕ ਬੰਦੇ ਨੂੰ ਅਰੈਸਟ ਕੀਤਾ ਹੈ ਤੇ 2 ਹੋਰ ਜਿਹੜੇ ਮੇਨ ਅਕਿਊਜ਼ ਨੇ ਉਹ ਫਰਾਰ ਨੇ, ਉਹਨਾਂ ਲਈ ਅਸੀਂ ਪ੍ਰਯਾਸ ਕਰ ਰਹੇ ਹਾਂ। ਡਿਪਟੀ ਸਾਹਿਬ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਹੁਣ ਪੰਜਾਬ 'ਚ ਸੀ ਪੋਰਟ ਵੀ ਅਸੀਂ ਗੱਲ ਕੀਤੀ, ਸੀ ਪੋਰਟ ਦੇ ਥਰੂ ਵੀ ਆ ਰਹੇ ਹਨ, ਗ੍ਰਿਫਤਾਰ ਵੀ ਹੋ ਰਹੇ, ਲੇਕਿਨ ਇਹ ਜਿਹੜੇ ਜੇਲ੍ਹਾਂ 'ਚ ਬੈਠੇ ਜਿਹੜੇ ਗੈਂਗਸਟਰ ਨੇ ਜਾਂ ਬੈਡ ਆਂਸਰ ਨੇ ਉਹਨਾਂ ਦਾ ਜਿਹੜਾ ਨੈਕਸਸ ਹੈ ਉਹ ਸਾਹਮਣੇ ਆ ਰਿਹਾ ਹੈ। ਉਹ ਕਿਸ ਤਰ੍ਹਾਂ ਅਸੀਂ ਕਰ ਰਹੇ ਕੋਆਰਡੀਨੇਸ਼ਨ ਮੀਟਿੰਗਸ ਪੰਜਾਬ ਪੁਲਿਸ ਦੇ ਨਾਲ, ਕਾਊਂਟਰ ਇੰਟੈਲੀਜੈਂਸ ਨਾਲ, ਖੁਫੀਆ ਏਜੰਸੀ ਨਾਲ ਮਿਲ ਕੇ? ਮੈਂ ਜਿਵੇਂ ਤੁਹਾਨੂੰ ਦੱਸਿਆ ਹੋਮ ਮਿਨਿਸਟਰ ਸਾਹਿਬ ਨੇ 30 ਜੁਲਾਈ ਨੂੰ ਇੱਥੇ ਮੀਟਿੰਗ ਕੀਤੀ ਸੀ 5 ਚੀਫ ਮਿਨਿਸਟਰਸ ਨਾਲ ਤੇ ਹੁਣ ਸਾਰੀ ਸਟੇਟਸ ਇਸ ਇਸ਼ੂ ਨੂੰ ਬਹੁਤ ਸੀਰੀਅਸਲੀ ਲੈ ਰਹੇ ਆ। ਗਰਾਊਂਡ ਲੈਵਲ ਤੇ ਕਾਊਂਟਰ ਇੰਟੈਲੀਜੈਂਸ, ਐਸਟੀਐਫ ਤੇ ਹੋਰ ਏਜੰਸੀਜ਼, ਡਿਸਟ੍ਰਿਕਟ ਪੁਲਿਸ, ਇਹਨਾਂ ਨਾਲ ਅਸੀਂ ਕੰਟੀਨਿਊਸਲੀ ਮੀਟਿੰਗ ਕਰਦੇ ਰਹਿੰਦੇ ਆ। ਅਸੀਂ ਇਹਨਾਂ ਨੂੰ ਡੇਟਾ ਵੀ ਸ਼ੇਅਰ ਕੀਤਾ ਹੈ
ਜਿਹੜੇ ਹੈਬਿਚੁਅਲ ਆਫੈਂਡਰ ਨੇ ਸਾਡਾ ਅਸੀਂ ਨਵਾਂ ਡੇਟਾਬੇਸ ਬਣਾਇਆ ਹੈ। ਉਹਦੇ ਅੰਤਰਗਤ ਜਿੰਨੇ ਵੀ ਬੰਦੇ ਐਕਟਿਵਲੀ ਇਨਵੋਲਡ ਹੈ ਉਹਨਾਂ ਦੀ ਲਿਸਟ ਅਸੀਂ ਸ਼ੇਅਰ ਕੀਤੀ ਹੈ ਡਿਫਰੈਂਟ ਗਵਰਨਮੈਂਟਸ ਨਾਲ, ਭਾਵੇਂ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਇਨ ਸਾਰੇ ਏਰੀਆਜ਼ ਨਾਲ ਸ਼ੇਅਰ ਕੀਤੀ ਹੈ ਤੇ ਅਸੀਂ ਜੁਆਇੰਟਲੀ ਉਹਨਾਂ ਤੇ ਕੰਮ ਕਰ ਰਹੇ ਹਾਂ। उधर एमपी सिमरनजीत सिंह मान ने पंजाब सरकार से नाराजगी जताई है। एमपी मान का कहना है कि सरकार ने मैनू कोई सुरक्षा नहीं दी, ना ही कोई सरकारी गड्डी मुहैया करवाई है। उन्होंने कहा कि लीडरां नूं कदे भी मरण तो नहीं डरना चाहिए, लेकिन जे कोई मैनू मार दिंदा है तो कौन जिम्मेवार होएगा। एमपी सिमरनजीत सिंह मान ने पंजाब सरकार से नाराजगी जताई है, सवाल चुके ने, कहा है कि मैनू कोई सुरक्षा नहीं दी गई, ना मैनू कोई सरकारी गड्डी मुहैया करवाई गई है। लेटर लिखा कि मैनू चीफ सैकटरी मोटर नहीं दे रहे ਜਿਹੜੀ कि ਇਹ मैं अपनी पार्लीमेंट्री ड्यूटी पूरी कर सका। ਜਦੋਂ ਮੇਰੇ ਕੋਲੇ ਸਰਕਾਰੀ ਗੱਡੀ ਨਹੀਂ ਤੇ ਸਿਕਿਉਰਿਟੀ ਦਾ ਵੀ ਫਰਕ ਪੈਂਦਾ। ਮਰਨ ਤੋਂ ਡਰਨਾ ਨਹੀਂ ਚਾਹੀਦਾ ਸਿਆਸਤਦਾਨਾਂ ਨੂੰ ਜਾਂ ਅਫਸਰਸ਼ਾਹੀ ਨੂੰ। ਜੇ ਉਹਨਾਂ ਨੇ ਮਾੜੇ ਕੰਮ ਨਹੀਂ ਕੀਤੇ ਤੇ ਫਿਰ ਉਹ ਕਾਹਦੇ ਲਈ ਸਿਕਿਉਰਿਟੀ ਮੰਗੀ ਜਾਂਦੇ ਆ। ਹੁਣ ਜੇ ਮੈਨੂੰ ਕੋਈ ਮਾਰ ਦਿੰਦਾ ਤਾਂ ਉਹ ਮਾਰ ਦਵੇ, ਪਰ ਮੇਰੀ ਜ਼ਮੀਰ ਤਾਂ ਨਹੀਂ ਮੰਨਦੀ ਕਿ ਇਹ ਮੇਰੇ ਪਿੱਛੇ ਪੁਲਿਸ ਲੱਗੀ ਰਹੇ ਜਾਂ ਕੋਈ ਹੋਰ ਆਰਮਡ ਕਾਰ ਲੱਗੀ ਜਾਵੇ। ਮੈਂ ਸਮਝਦਾ ਮੇਰੀ ਬੇਇੱਜ਼ਤੀ ਹੁੰਦੀ ਹੈ। ਸੋ ਮੈਂ ਨਹੀਂ ਮੰਗੀ ਹੈਗੀ ਸਿਕਿਉਰਿਟੀ, ਮੈਂ ਕਾਰ ਮੰਗੀ ਹੈ ਜਿਹਦਾ ਚੀਫ ਸੈਕਟਰੀ ਨਾ ਸਾਨੂੰ ਜਵਾਬ ਦਿੰਦੇ ਹੈ, ਲੋਕਾਂ ਦੇ ਨੁਮਾਇੰਦਿਆਂ ਦੇ ਨਾਲ ਬਿਲਕੁਲ ਕੋਆਪਰੇਟ ਨਹੀਂ ਕਰ ਰਹੇ। उधर एमपी सिमरनजीत सिंह मान ने राज्यपाल दे नाल मुलाकात भी की है ते पंचायती जमीनां दा मसला चुकिया है। पंजाब कॉमन लैंड एक्ट दा मसला चुकिया है। एमपी सिमरनजीत सिंह मान ने कहा है कि सरकार वालों पास किया गया बिल गलत है। राज्यपाल नूं दस्सिया है कि बगैर गैर कानूनी तरीके दे नाल बिल पास करवाया गया है। राज्यपाल नूं दस्सिया है राष्ट्रपति दी मंजूरी तो बगैर ये बिल पास ही नहीं हो सकता। सरकार किसानों का हक खो रही है, एमपी मान का बयान है। और कॉमन लैंड एक्ट का मुद्दा चुकिया है राज्यपाल के कोल। उन्हों का कहना है कि गैर कानूनी तरीके दे नाल बिल पास किया गया है। राष्ट्रपति की मंजूरी तो बिना ये बिल पास ही नहीं हो सकता, गैर कानूनी तरीके दे नाल पास किया गया है। सरकार किसानों का हक खो रही है। सरकार ने सांझियां जमीनां जिमीदारां दियां एक बिल पास करके पंचायत लैंडां दे विच मिलाता है। ਉਹਦਾ मतलब है कि ਜਿਹੜੀਆਂ ਸਾਂਝੀਆਂ ਜ਼ਮੀਨਾਂ ਹੈਗੀਆਂ ਹੁਣ ਜੇ ਪੰਚਾਇਤਾਂ ਦੇ ਵਿੱਚ ਚਲੀਆਂ ਗਈਆਂ ਤੇ ਜਿਹੜੇ ਕਿਸਾਨ ਹੈਗੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਹੈਗੀਆਂ ਉਹਨਾਂ ਦਾ ਹੱਕ ਸਰਕਾਰ ਖੋ ਕੇ ਲੈ ਸਕਦੀ ਹੈ। पर आर्टिकल 31A कॉन्स्टिट्यूशन की कहती है कि कोई भी सरकार किसी की जमीन बगैर मुआवजे तो हो नहीं सकती। ये चीज़ सरकार ने सोची नहीं है। तो जिहड़ा असीं गवर्नर साहब के कोले गए हैं उन्होंने कहा कि मैं इहदे उत्ते दस्तखत करते हैं, पर ਜਿਹੜੀ ਤੁਹਾਡੇ ਕੋਲੇ ਕਮੀ ਹੁਣ ਤੁਸੀਂ ਦੇਖਦੇ ਹੋ ਕਿ ਸਰਕਾਰ ਨੇ ਪੁਰਾਣੀ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਸੀ ਉਹ ਮੈਨੂੰ ਲਿਖ ਕੇ ਭੇਜ ਕੇ ਮੇਰੇ ਦਸਤਖਤ ਕਰਾ ਦੇ ਆ। ਪਰ ਜਿਹੜਾ 5 ਮੈਂਬਰਾਂ ਦਾ ਬੈਂਚ ਸੁਪਰੀਮ ਕੋਰਟ ਦਾ ਬਾਅਦ ਚ ਮਿਲਿਆ ਹੈ ਜਿਹੜਾ ਕਹਿੰਦਾ ਕੰਪਨਸੇਸ਼ਨ ਮੁਆਵਜ਼ਾ ਮਿਲਣਾ ਚਾਹੀਦਾ ਹੈ ਉਹ ਮੇਰੇ ਧਿਆਨ ਦੇ ਵਿੱਚ ਨਹੀਂ ਲਿਆਂਦਾ। ਸੋ ਇਹ ਕਿਸਾਨ ਜਿਹੜੇ ਆਰਗੇਨਾਈਜੇਸ਼ਨਸ ਹੈਗੇ ਆ ਰੋਜ਼ ਧਰਨੇ ਲਾਉਂਦੇ ਆ ਉਹਨਾਂ ਨੇ ਇਹ ਜਿਹੜੀ ਚੀਜ਼ ਸਰਕਾਰ ਨੇ ਗੈਰ ਕਾਨੂੰਨੀ ਗੈਰ ਸੰਵਿਧਾਨਕ ਕੀਤੀ ਹੈ ਉਹਨਾਂ ਨੇ ਇਹਦੇ ਉੱਤੇ ਕੋਈ ਗੱਲ ਨਹੀਂ ਕੀਤੀ ਨਾ ਮੋਰਚਾ। उधर बठिंडा दे विच साबका फौजी दे वल्लों मिनी सकत्तरे च तहसील दी छत ते चढ़ के प्रदर्शन किया जा रहा है। पेट्रोल दी बोतल लैके साबका फौजी छत ते चढ़ गया है। इंसाफ दी मांग की जा रही है। पिंड दे ही लोकां ते पंचायती जमीन ते कब्जे दे इल्जाम लगाए ने। मुख्यमंत्री दे अगे भी इंसाफ दी मांग रखी सी। साबका फौजी दा कहना है पुलिस प्रशासन ने साबका फौजी नूं हेठां उतार लिया है। ये तस्वीरां ने बठिंडा दीयां जिथे साबका फौजी दे वल्लों तहसील दफ्तर दी छत ते चढ़ के प्रदर्शन किया गया है। पेट्रोल दी बोतल लैके छत ते चढ़ गया सी साबका फौजी।
ਪਿੰਡ ਦੇ ਹੀ ਲੋਕਾਂ ਤੇ ਪੰਚਾਇਤੀ ਜ਼ਮੀਨ ਤੇ ਕਬਜ਼ੇ ਦੇ ਇਲਜ਼ਾਮ ਲਗਾਏ ਨੇ। ਕਿਹਾ ਕਿ 1.5 ਸਾਲ ਤੋਂ ਇਹ ਮਸਲਾ ਚੁੱਕ ਰਿਹਾ, ਮੁੱਖ ਮੰਤਰੀ ਤੱਕ ਵੀ ਪਹੁੰਚ ਕੀਤੀ, ਵਿਧਾਇਕਾਂ ਤੱਕ ਵੀ ਪਹੁੰਚ ਕੀਤੀ, ਲੇਕਿਨ ਕੋਈ ਮਸਲੇ ਦਾ ਹੱਲ ਨਹੀਂ ਹੋਇਆ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਹੈ। ਪੁਲਿਸ ਪ੍ਰਸ਼ਾਸਨ ਨੇ ਸਾਬਕਾ ਫੌਜੀ ਨੂੰ ਹੇਠਾਂ ਉਤਾਰ ਲਿਆ ਹੈ। सूरज पान साडे सहयोगी बठिंडा तो जुड़े ने होर जानकारी दे लई। सूरज, पूरा मामला की है ते इस वेले दी स्थिति की है? देखो, बुद्ध सिंह नाम का यह साबका फौजी है जिहड़ा संदोहा पिंड का रहने वाला है। वजह यही है कि वह कह रहा है कि साडे संदोहा पिंड की जिहड़ी कुछ जमीन है वह धनाड़ लोगों ने नापरचा रखी है, जिसनूं लैके मुख मंत्री तो लैके डीसी तक शिकायतां कर चुके हैं, पर किसी शिकायत का असर नहीं होया। अगे अज वो साबका फौजी ने मिनी सकैतरेट की छत के उपर चढ़ के हथ दे विच पेट्रोल की बोतल लैके प्रशासन नूं अल्टीमेटम दिता कि मैं सुसाइड करन लग्या नहीं, मेरी इस कार्रवाई ते गौर फरमाई जावे। इन्ना ही नहीं, उहदे कोल एक रिवाल्वर भी सी जिस दे विच कारतूस सीगे। हालांकि मौके ते काफी वड्डी लंबी जद्दोजहद तो बाद मौके ते पुलिस दे वड्डे अमले ने इसनूं थल्ले उतार लिया, इसनूं मना के जरूर वापस भेज दिता ते कहा गया कि तेरी कार्रवाई जिहड़ी संबंधित अधिकारियों नूं कहा जाऊगा करन ते। पर सवाल बहुत सारे खड़े होंदे ने कि क्यों आखिर लोकां नूं इंसाफ दे लई धरने मुजाहरे करने पैंदे ने, क्यों छत्तां ते या टैंकियां ते चढ़ना पैंदा है जिस तरह के साबका फौजी ने कीती। हालांकि इहदा पर्सनल कोई भी मैटर नहीं सीगा, पर्सनल यही प्रोग्राम सी कि पिंड दे विच जिहड़ी शामलाट दी जमीन है, जिहड़ी साझी पंचायत दी जमीन है, वो किस धनाड़ लोकां ने नप्पी हुई है, उसनूं छड़ाउण दे, उसदे कब्जे नूं छड़ाउण दे लई इह एगिटेशन कर रहा सी। जी शुक्रिया सूरज, पूरी जानकारी दे लई। तां फिलहाल हेठा उतार लिया गया है साबका फौजी नूं, पुलिस प्रशासन ने हेठा उतार लिया है, लेकिन प्रदर्शन किया जा रहा सी पेट्रोल दी बोतल लैके, रिवॉल्वर भी सी कोल, जिसनूं लैके इह साबका फौजी तहसील दफ्तर दी छत ते चढ़ गया। इल्जाम लगाए जा रहे हैं कि पिंड दी पंचायती जमीन कुछ लोगों ने दबी हुई है। डेढ़ साल का आ देखो ईमेल पाइया। हाँ जी, ਹੋਰ ਦੱਸੋ ਪੁੱਛੋ ਮੰਗ ਕੀ ਹੈ ਜੀ? ਸਾਡੇ ਪੰਚਾਇਤ ਸਰਪੰਚ ਹੈ ਜੇ, ਉਹ ਵੀ ਉਹਨਾਂ ਨਾਲ ਕਰਪਟ ਬੰਦਾ ਧਰਮ ਸਿੰਘ ਸੰਦੋਹੇ ਦਾ, ਉਹ ਵੀ ਉਹਨਾਂ ਨਾਲ ਮਿਲਿਆ ਹੋਇਆ। ਇੱਕ ਤਾਂ ਵੀਡੀਓ 'ਚ ਦਮ ਨਹੀਂ ਕਿ ਉਹ ਸਰਪੰਚ ਨੂੰ ਸਸਪੈਂਡ ਕਿਉਂ ਨਹੀਂ ਕਰਦਾ ਜਾਂ ਉਹਨੂੰ ਮਤਾ ਕਿਉਂ ਨਹੀਂ ਪਵਾਉਂਦਾ, ਉਹ ਵਿਰੋਧੀ ਧਿਰ ਦੇ ਨਾਲ ਉਹਨਾਂ ਦੇ ਨਾਲ ਮਿਲਿਆ ਹੋਇਆ, ਉਹ ਪੈਸੇ ਵਾਲੇ ਬੰਦੇ ਨੇ। ਸਾਡੀ ਮੰਗ ਇਹ ਹੈ पंचायत के हवाले कराया जाए, वो जगह उन्होंने तो छड़ाई जाए तो उत्थे असीं कोई पार्क बना के। एक होर विश्वास देना, 11,000 रुपया मैं पार्क वास्ते देना अपनी जेब चो।